ਜੀ ਪ੍ਰੋਗਰਾਮ ਪੰਜਾਬੀ ਦੁਨੀਆ 'ਚ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਵਿਰਾਸਤ ਸੈਗਮੈਂਟ ਲਈ ਕੇ ਦੇਵ ਦਰਦ ਹਾਜ਼ਰ ਹੋ ਗਏ ਨੇ। ਔਜਲਾ ਸਾਹਿਬ ਮੇਰੇ ਨਾਲ ਲਾਈਨ ਤੇ ਅਜੇ ਜੁੜ ਨਹੀਂ ਸਕੇ, ਮੈਂ ਕੋਸ਼ਿਸ਼ ਕਰ ਰਿਹਾ ਲਗਾਤਾਰ ਉਹਨਾਂ ਨਾਲ ਜੁੜਨ ਦੀ। ਸੋ ਦੇਵ ਜੀ ਤੁਹਾਡਾ ਪਹਿਲਾਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਵੈਲਕਮ ਜੀ ਆਇਆਂ ਨੂੰ ਜੀ। ਹਰਜੀਤ ਭਾਜੀ ਸਤਿ ਸ਼੍ਰੀ ਅਕਾਲ, ਔਰ ਮੇਰੇ ਵੱਲੋਂ ਰੇਡੀਓ ਪੰਜਾਬੀ ਦੁਨੀਆ ਨਾਲ ਜੁੜੇ ਹੋਏ ਹਰ ਸਰੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਬਾਤ ਤੇ ਅੱਜ ਕਰਨੀ ਚਾਹੁੰਦੇ ਸੀਗੇ ਬਲੀ ਵਾਲੀ ਪ੍ਰਥਾ ਤੇ, ਪਰ ਵਿੱਚ ਇੱਕ ਕਰੰਟ ਮਸਲਾ ਸੀਗਾ ਜਿਹਦੇ ਤੇ ਆਪਾਂ ਵਿਚਾਰ ਕੀਤਾ ਸੀ ਕਿ ਗੱਲ ਕਰਾਂਗੇ। ਜੇ ਗੁਰਜੀਤ ਸਿੰਘ ਔਜਲਾ ਨਾਲ ਸਾਡੀ ਲਾਈਨ ਜੁੜ ਜਾਂਦੀ ਆ ਤੇ ਫਿਰ ਆਪਾਂ ਖੁੱਲ੍ਹ ਕੇ ਉਹਦੇ ਤੇ ਗੱਲਬਾਤ ਕਰਨੀ ਆ ਕਿ ਜਿਹੜਾ ਅੰਮ੍ਰਿਤਸਰ ਸਿਟੀ ਆ ਜੀ, ਇਹਦੇ ਲਈ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਉਹ ਫੇਸ ਕਰ ਰਿਹਾ। ਜੇ ਆਪਾਂ ਦੇਖੀਏ, ਆਪਾਂ ਪਹਿਲਾਂ ਵੀ ਸਵੇਰੇ ਵੀ ਗੱਲ ਕਰ ਰਹੇ ਸੀ ਆਪਸ ਵਿੱਚ ਕਿ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਆਪਣੇ ਮਨਮੋਹਨ ਸਿੰਘ ਹੀਰੀ, ਤਾਂ ਉਹਨਾਂ ਨੇ ਮਨਮੋਹਨ ਸਿੰਘ ਜੀ ਮਨਮੋਹਨ ਸਿੰਘ ਹੀਰਾ ਨੇ 15,981 ਕਰੋੜ ਦਾ ਇੱਕ ਪ੍ਰੋਜੈਕਟ ਲਿਆਂਦਾ ਸੀਗਾ 2004 ਦੇ ਵਿੱਚ, ਜਿਹਦੇ ਵਿੱਚ ਸਪੈਸ਼ਲ ਇਕਨੋਮਿਕ ਜ਼ੋਨ ਬਣਾਉਣਾ ਸੀ ਅੰਮ੍ਰਿਤਸਰ ਨੂੰ। ਤੇ ਉਹਦੇ ਵਿੱਚ ਬਹੁਤ ਕੁਝ ਕਿਹਾ ਗਿਆ ਕਿ ਕੋਈ 4.25 ਲੱਖ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਟੈਕਸਟਾਈਲ ਇੰਡਸਟਰੀ ਲੋਕ ਜਾਣਦੇ ਨੇ ਕਿ ਓਸੀਐਮ ਵਗੈਰਾ ਅੰਮ੍ਰਿਤਸਰ ਬਹੁਤ ਵੱਡੀਆਂ ਮਿੱਲਾਂ ਹੁੰਦੀਆਂ ਸੀਗੀਆਂ। ਫੂਡ ਪ੍ਰੋਸੈਸਿੰਗ ਦਾ ਉੱਥੇ ਕਹਿ ਰਹੇ ਸੀ ਕਿ ਹੌਸਪਿਟੈਲਿਟੀ ਤੇ ਇਹਨੂੰ ਵਿਕਸਿਤ ਕਰਨਾ ਹੈ। ਪਰ ਉਹ ਸਾਰੇ ਜਿਹੜੇ ਪ੍ਰੋਜੈਕਟ ਨੇ ਕਿਸੇ ਨਾ ਕਿਸੇ ਕਾਰਨ ਜਿਹੜੇ ਉਹ ਅੰਮ੍ਰਿਤਸਰ ਤੋਂ ਖੁੱਸ ਜਾਂਦੇ ਰਹੇ ਆ। 2007 ਵਿੱਚ ਦੋ ਐਲਾਨ ਹੋਏ ਸੀਗੇ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ, ਤੇ ਜਦੋਂ ਨਵੀਂ ਸਰਕਾਰ ਬਣੀ ਸੀ ਅਕਾਲੀ, ਉਹਨਾਂ ਨੇ ਕਿਹਾ ਕਿ IT ਹੱਬ ਬਣਾਵਾਂਗੇ। 2008 ਚ ਵਰਲਡ ਕਲਾਸ ਯੂਨੀਵਰਸਿਟੀ ਬਣਾਉਣ ਦਾ ਲਾਰਾ ਲਾਇਆ ਗਿਆ। 2012 ਵਿੱਚ ਸਾਰਕ ਦੇ ਮੁਲਕਾਂ 'ਚ ਇੱਕ ਕਾਨਫਰੰਸ ਹੋਈ ਜਿੱਥੇ ਮੋਦੀ ਸਾਹਿਬ ਨੇ ਸਾਰਕ ਹਸਪੀਟਲ ਕਿਹਾ ਅੰਮ੍ਰਿਤਸਰ ਨੂੰ ਦੇਣਾ ਹੈ। 2014 ਚ ਏਮਸ ਦਾ ਐਲਾਨ ਹੋਇਆ, ਉਹ ਬਠਿੰਡੇ ਚਲਾ ਗਿਆ। 2015 ਚ ਜਿਹੜਾ ਸੀਗਾ ਜੀ ਉਹ IIM ਦਾ ਐਲਾਨ ਹੋਇਆ। ਉਹ ਮੈਨੂੰ ਲੱਗਦਾ ਕਿ ਹਰਜੀਤ ਭਾਜੀ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ ਔਜਲਾ ਸਾਹਿਬ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਮੈਂ ਵੀ ਵਿਚਾਰਾਂ ਦੀ ਸਾਂਝ ਪਾਉਣਾ, ਪਰ ਮੈਂ ਦੋ ਨੁਕਤਿਆਂ ਨੂੰ ਇਸ ਸਪੈਸ਼ਲ ਸੈਗਮੈਂਟ ਦੇ ਵਿੱਚ ਉਠਾਉਣੀ ਚਾਹੁੰਦਾ ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਮ ਵਿਰਾਸਤ ਸੈਗਮੈਂਟ ਹੈ, ਹੈਰੀਟੇਜ ਸੈਗਮੈਂਟ ਹੈ, ਤੇ ਇਹਨੂੰ ਅਸੀਂ ਵਿਰਾਸਤ ਨਾਲ ਜੋੜਾਂਗੇ। ਕਿ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੀ ਜਦੋਂ ਗੱਲ ਕਰਦਾ ਤੇ ਮੈਨੂੰ ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਦੇ ਤੌਰ ਤੇ ਨਹੀਂ ਮੈਂ ਦੇਖਦਾ, ਸਗੋਂ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਪੰਜਾਬੀ ਵਸ ਰਹੇ ਨੇ ਉਹਨਾਂ ਦੀ ਆਸਥਾ ਦੀ ਰਾਜਧਾਨੀ ਅੰਮ੍ਰਿਤਸਰ ਹੈ। ਸਾਡੀ ਸਾਰਿਆਂ ਦੀ ਆਸਥਾ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ। ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ, ਕੋਈ ਵੀ ਮੰਤਰੀ ਆਪਣੇ ਅਹੁਦੇ ਦੀ ਸ਼ਪਥ ਲੈਂਦਾ ਹੈ ਤੇ ਸਭ ਤੋਂ ਪਹਿਲਾਂ ਉਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਉਂਦਾ ਹੈ ਨਤਮਸਤਕ ਹੋਣ ਲਈ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਅਕਾਲੀਆਂ ਦੀ ਸਰਕਾਰ ਹੋਵੇ, ਜਾਂ ਹੋਰ ਕੋਈ ਫਰੰਟ ਹੋਵੇ। ਲੇਕਿਨ ਅੰਮ੍ਰਿਤਸਰ ਨਾਲ ਜੇਕਰ ਸ਼ਾਇਰੀ ਦੇ ਰੂਪ ਵਿੱਚ ਅਸੀਂ ਗੱਲ ਕਰਨੀ ਹੋਵੇ ਤੇ ਅਸੀਂ ਇਹੋ ਕਹਾਂਗੇ ਕਿ ਉਮੀਦ ਕੀ ਕਿਰਨ ਕੇ ਸਿਵਾ ਕੁਛ ਨਹੀਂ यहाँ, उम्मीद की किरण के सिवा कुछ नहीं यहाँ, इस घर में रोशनी का यही इंतजाम है। ਲੇਕਿਨ ਇਹ ਜਿਹੜੀ ਅਸੀਂ ਜਦੋਂ ਗੁਰੂ ਰਾਮਦਾਸ ਹੋਣਾ ਨਾਲ ਜੋੜ ਕੇ ਗੱਲ ਕਰਦੇ ਹਾਂ ਕਿ ਗੁਰੂ ਰਾਮਦਾਸ ਹੋਣਾ ਵਿਜ਼ਨ ਹੀ ਇੰਨਾ ਸਟਰੋਂਗ ਸੀ, ਇੰਨਾ ਵੱਡਾ ਸੀ ਕਿ ਪਹਿਲੋਂ ਤੇ ਅੰਮ੍ਰਿਤਸਰ ਸ਼ਹਿਰ ਨੂੰ ਖਰੀਦਣਾ, ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਹੋਣਾ ਦੀ ਜ਼ਰ ਖਰੀਦ ਹੈ ਔਰ 1200 ਰੁਪਏ ਦਾ ਉਹਨਾਂ ਨੇ ਤੁੰਗਾ ਵਾਲੇ ਸਰਪੰਚਾਂ ਦੇ ਕੋਲੋਂ ਖਰੀਦਿਆ ਸੀ। ਔਰ ਨਾ ਸਿਰਫ ਸ਼ਹਿਰ ਇੱਕ ਬਣਾਇਆ, ਸ਼ਹਿਰ ਉਸਾਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਔਰ ਸ਼ਹਿਰ ਉਸਾਰ ਕੇ ਇੱਕ ਲਾਹੌਰ ਦੇ ਮੁਤਾਬਕ ਉਹਨੂੰ ਵੱਡਾ, ਉਹਦੇ ਬਰਾਬਰ ਦਾ ਇੱਕ ਵਪਾਰਕ ਕੇਂਦਰ ਬਣਾਉਣ ਦਾ ਜਿਹੜਾ ਉਹਨਾਂ ਦਾ ਉਪਰਾਲਾ ਸੀਗਾ ਉਹ ਬੜਾ ਸਾਰਥਕ ਸੀ। ਜੇਕਰ ਇਹ ਮਿਸਾਲ ਅਸੀਂ ਵਿਸ਼ਵ ਦੇ ਵਿੱਚ ਕਿਤੇ ਵੀ ਲੱਭਣੀ ਹੋਵੇ ਤੇ ਅਸੀਂ ਲੱਭ ਨਹੀਂ ਸਕਦੇ ਕਿ ਸਾਡੇ ਗੁਰੂ ਨੇ ਪਹਿਲੋਂ ਸ਼ਹਿਰ ਬਣਾਇਆ, ਫਿਰ ਉੱਥੇ ਹਰਿਮੰਦਰ ਸਾਹਿਬ ਉਸਾਰਨ ਦਾ ਸੁਪਨਾ ਲਿਆ ਜਿਹਦੀ ਸ਼ੁਰੂਆਤ ਵੀ ਕੀਤੀ, ਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬਣਾਏ, ਉਹਨਾਂ ਦੇ ਨਾਂ ਰੱਖੇ ਔਰ 52 ਜਾਤੀਆਂ ਦੇ ਐਕਸਪਰਟ ਫੈਮਿਲੀਜ਼ ਲਿਆ ਕੇ ਉਹਨਾਂ ਨੂੰ ਰਿਹਾਇਸ਼ਾਂ ਦਿੱਤੀਆਂ, ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਵਸਾਇਆ ਤੇ ਅੰਮ੍ਰਿਤਸਰ ਨੂੰ ਵੱਡਾ ਇੱਕ ਵਪਾਰਿਕ ਕੇਂਦਰ ਵਜੋਂ ਦੁਨੀਆ ਦੇ ਉੱਤੇ ਜਿਹੜਾ ਇਹ ਉਹਨਾਂ ਨੇ ਉਭਾਰਿਆ, ਖੜਾ ਕੀਤਾ। ਲੇਕਿਨ ਹੁਣ ਮੈਨੂੰ ਲੱਗਦਾ ਹੈਗਾ ਕਿ ਔਜਲਾ ਸਾਹਿਬ ਜ਼ਰੂਰ ਲਾਈਨ ਤੇ ਆ ਗਏ ਹੋਣਗੇ ਤੇ ਅਸੀਂ ਜਿਹੜੇ ਔਜਲਾ ਸਾਹਿਬ ਨੇ ਵੀ ਗੱਲ ਕਰਨੀ ਹੈ, ਇਹ ਬਹੁਤ ਸਾਰੇ ਗੰਭੀਰ ਮਸਲੇ ਨੇ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਆ। ਕਿ ਇੱਕ ਪਾਸੇ ਤੇ ਮੈਂ ਇਸ ਨੂੰ 1982 ਤੋਂ ਬਾਅਦ
ਜੋੜ ਕੇ ਗੱਲ ਕਰਨੀ ਚਾਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਫੋਕਲ ਪੁਆਇੰਟ ਮਜੀਠਾ ਰੋਡ ਦੇ ਉੱਤੇ ਬਣਾਉਣ ਦਾ ਇੱਕ ਕੰਮ ਵਿੱਢਿਆ ਗਿਆ ਸੀਗਾ, ਉਹ ਕਾਂਗਰਸ ਗਵਰਨਮੈਂਟ ਦੇ ਦੌਰਾਨ 1982 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਤੇ 1984 'ਚ ਫਿਰ ਕਿਸੇ ਵੀ ਇੱਕ ਇੰਡਸਟਰੀਅਲਿਸਟ ਨੇ ਉੱਥੇ ਇੰਡਸਟਰੀ ਨਹੀਂ ਸੀ ਲਗਾਈ ਕਿਉਂਕਿ ਹਾਲਾਤ ਉਦੋਂ ਨਾ ਖੁਸ਼ਗਵਾਰ ਸੀਗੇ, ਇਸ ਕਰਕੇ ਉੱਥੇ ਇੰਡਸਟਰੀ ਨਹੀਂ ਲੱਗ ਸਕੀ। ਪਰ ਮੈਂ ਇਹ ਜਿਹੜੇ ਇੱਕ ਪੁਆਇੰਟ ਉਠਾਉਣਾ ਇਸ ਤੁਹਾਡੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਉਹ ਇਹ ਹੈ ਕਿ ਜਿਹੜੀ ਹਰਿਆਣਾ ਦੇ ਵਿੱਚ ਸੰਭਾਲ ਕੇ ਜਾਂ ਪਾਣੀਪਤ ਇੰਡਸਟਰੀ ਗਈ, ਬਟਾਲਿਓਂ ਸਾਰੇ ਉੱਠ ਕੇ ਜਿੰਨੇ ਸਾਡੇ ਫਾਊਂਡਰੀ ਸੀਗੀਆਂ ਉਹ ਸਾਰੀਆਂ ਸੰਭਾਲ ਕੇ ਚਲੀਆਂ ਗਈਆਂ ਜਾਂ ਪਾਣੀਪਤ ਚਲੀਆਂ ਗਈਆਂ ਔਰ ਉਸੇ ਦੌਰਾਨ ਹੀ ਅੰਮ੍ਰਿਤਸਰ ਜਿਹੜੀ ਟੈਕਸਟਾਈਲ ਦੀ ਹੱਬ ਸੀਗੀ ਉਹ ਲੋਕ ਉੱਠ ਕੇ ਪਾਣੀਪਤ ਸ਼ਿਫਟ ਹੋ ਗਏ ਤੇ ਉਸ ਤੋਂ ਬਾਅਦ ਦੋ ਜਿਹੜੇ ਵੱਡੇ ਇੰਡਸਟਰੀਅਲ ਫੋਕਲ ਪੁਆਇੰਟ ਬਣੇ, ਉਹਨਾਂ ਨੂੰ ਸਪੈਸ਼ਲ ਇੰਡਸਟਰੀਅਲ ਪੈਕੇਜ ਦੇ ਕੇ ਇੱਕ ਹਿਮਾਚਲ ਦੇ ਵਿੱਚ ਬੱਦੀ ਜਿਹੜਾ ਹਿਮਾਚਲ ਗਵਰਨਮੈਂਟ ਨੇ ਬਣਾਇਆ ਔਰ ਉਹ ਪੂਰਨ ਰੂਪ ਵਿੱਚ ਕਾਮਯਾਬ ਵੀ ਹੋਇਆ ਤੇ ਦੂਸਰਾ ਜਿਹੜਾ ਜੰਮੂ ਕਸ਼ਮੀਰ ਗਵਰਨਮੈਂਟ ਨੇ ਜੰਮੂ ਦੇ ਵਿੱਚ ਬਣਾਇਆ ਉਹ ਵੀ ਬਹੁਤ ਕਾਮਯਾਬ ਹੋਇਆ। ਅਸੀਂ ਇੱਥੇ ਰੌਲਾ ਪਾਉਂਦੇ ਰਹਿ ਗਏ, ਅਸੀਂ ਗੋਂਦਵਾਲ ਨੂੰ ਉਸ ਤੋਂ ਬਾਅਦ ਉਭਾਰਨ ਦੀ ਕੋਸ਼ਿਸ਼ ਕੀਤੀ, ਬਹੁਤ ਜਗ੍ਹਾ ਅਸੀਂ ਹੋਰਡਿੰਗ ਲਗਾਏ ਕਿ ਗੋਂਦਵਾਲ ਜਿਹੜਾ ਉਹ ਸਿੱਖੀ ਦਾ ਧੁਰਾ ਹੈ ਤੇ ਉੱਥੇ ਅਸੀਂ ਇੰਡਸਟਰੀਅਲ ਹੱਬ ਬਣਾਉਣੀ ਚਾਹਾਂਗੇ। ਇੰਡਸਟਰੀਅਲ ਪਲਾਟ ਕੱਟੇ ਗਏ, ਬੜਾ ਕੁਝ ਕੱਟਿਆ ਗਿਆ, ਪਰ ਅਗਰ ਔਜਲਾ ਸਾਹਿਬ ਜੁੜੇ ਹੁੰਦੇ ਤੇ ਅਸੀਂ ਪੁੱਛਦੇ ਕਿ ਕੀ ਕਾਰਨ ਸਨ ਕਿ ਨਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੰਡਸਟਰੀ ਸਥਾਪਿਤ ਸੀਗੀ ਉਹ ਵੀ ਅਸੀਂ ਬਾਹਰ ਕੱਢ ਦਿੱਤੀ ਤੇ ਜਿਹੜੇ ਅਸੀਂ ਨਵੇਂ ਫੋਕਲ ਪੁਆਇੰਟ ਬਣਾਉਣੇ ਸੀਗੇ ਉਹ ਵੀ ਕਾਮਯਾਬ ਨਹੀਂ ਹੋਏ। ਇਹਨਾਂ ਦੇ ਪਿੱਛੇ ਕੀ ਕਾਰਨ ਨੇ ਸੱਚਮੁੱਚ? ਜੇਕਰ ਕਿਉਂਕਿ ਔਜਲਾ ਸਾਹਿਬ ਸਾਡੇ ਯੁਵਾ ਨੇਤਾ ਨੇ, ਸਾਡੇ ਉਹ ਸਾਂਸਦ ਜੀ ਨੇ ਜਿਹੜੇ ਇੱਕ ਛੋਟੀ ਉਮਰ ਦੇ ਵਿੱਚ ਯੁਵਾ ਅਵਸਥਾ ਦੇ ਵਿੱਚ 2 ਵਾਰ ਸਾਂਸਦ ਬਣ ਕੇ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਦੇ ਮਨ ਦੇ ਅੰਦਰ ਬੜਾ ਜਜ਼ਬਾ ਹੈ ਕੰਮ ਕਰਨ ਦਾ ਤੇ ਅਸੀਂ ਉਹਨਾਂ ਕੋਲੋਂ ਇਹ ਸਵਾਲ ਵੀ ਜ਼ਰੂਰ ਪੁੱਛਾਂਗੇ ਕਿ ਕੀ ਸੱਚਮੁੱਚ ਸਰਕਾਰਾਂ ਸੁਹਿਰਦ ਨੇ? ਕਿਉਂਕਿ ਜਦੋਂ ਇਹਨਾਂ ਦੇ ਸਾਂਝੇ ਪ੍ਰੋਗਰਾਮ ਆਉਂਦੇ ਨੇ ਇਹਨਾਂ ਸੰਸਦ ਦੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਤੇ ਉਹ ਸਾਂਝੇ ਸਮਾਗਮਾਂ ਦੇ ਵਿੱਚ ਇਹਨਾਂ ਦੀਆਂ ਕਿਉਂਕਿ ਰਿਸ਼ਤੇਦਾਰੀਆਂ ਨੇ, ਆਪਸ ਵਿੱਚ ਵਿਚਰਦੇ ਨੇ, ਸਾਰੇ ਚੰਗੀ ਤਰ੍ਹਾਂ ਵਿਚਰਦੇ ਨੇ, ਲੇਕਿਨ ਜਿਹੜਾ ਗੁਰੂ ਘਰ, ਮੈਂ ਤੇ ਅੰਮ੍ਰਿਤਸਰ ਨੂੰ ਗੁਰੂ ਘਰ ਹੀ ਕਹਾਂਗਾ ਕਿ ਜਿਹੜਾ ਗੁਰੂ ਘਰ ਵਾਸਤੇ ਸਾਨੂੰ ਸਾਂਝਾ ਉਪਰਾਲਾ ਕਰਨ ਦੀ ਲੋੜ ਸੀ, ਇਹਨੂੰ ਵੱਡੀ ਇੱਕ ਇੰਡਸਟਰੀਅਲ ਹੱਬ ਬਣਾਉਣ ਦੀ ਲੋੜ ਸੀ, ਉੱਥੇ ਦੋਨਾਂ ਸਰਕਾਰਾਂ ਦੀ, ਦੋਨੋਂ ਰਾਜਨੀਤਿਕ ਪਾਰਟੀਆਂ ਦੀ, ਖਾਸ ਕਰਕੇ ਅਸੀਂ ਕੇਂਦਰ ਨੂੰ ਜੇਕਰ ਸਾਈਡ ਤੇ ਕਰ ਦਿੰਦੇ ਹਾਂ ਤੇ ਇਹਨਾਂ ਦੀ ਆਪਣੀ ਆਪਣੀ ਕੀ ਭੂਮਿਕਾ ਹੈ ਕਿ ਅਸੀਂ ਇਹਨਾਂ ਦੋਨਾਂ ਸਰਕਾਰਾਂ ਦੇ ਉੱਤੇ ਕੋਈ ਸਾਂਝੇ ਜਿਹੜੇ ਭਾਰ ਪਾ ਸਕਦੇ ਹਾਂ ਕਿ ਤੁਸੀਂ ਜਿਹੜਾ ਇੱਕ ਹੁਣ ਤੱਕ ਜੋ ਕੀਤਾ ਹੈਗਾ ਉਹ ਦੱਸੋ ਕਿ ਤੁਸੀਂ ਕੀ ਕੀਤਾ ਜੀ। ਆਪਣੇ ਦੇਵ ਜੀ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਪਤਾ ਨਹੀਂ ਕੀ ਕਾਰਨ ਹੈ ਕਿ ਔਜਲਾ ਸਾਹਿਬ ਦਾ ਨੰਬਰ ਜਿਹੜਾ ਸਵਿਚ ਆਫ ਆ ਰਿਹਾ ਔਰ ਜਿਹੜਾ WhatsApp ਹੈ ਉੱਤੇ ਵੀ ਮੈਂ ਕਾਲ ਕਰਨ ਦੀ ਟਰਾਈ ਬੜੀ ਵਾਰ ਕਰ ਰਿਹਾ, ਉਹਨਾਂ ਦਾ ਨੰਬਰ ਜਿਹੜਾ ਉਹ ਥਰੂ ਨਹੀਂ ਹੋ ਰਿਹਾ, ਉਹਨਾਂ ਨੇ ਪਿਕ ਨਹੀਂ ਕੀਤਾ, ਪਤਾ ਨਹੀਂ ਕੀ ਗੱਲ ਹੈ। ਮੇਰੀ ਆਉਣ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਪਾਂ ਗੱਲਬਾਤ ਇੱਥੇ ਖੁੱਲ੍ਹ ਕੇ ਕਰਾਂਗੇ। ਔਰ ਹਰਜੀਤ ਭਾਜੀ ਤੁਸੀਂ ਵੀ ਤੇ ਅੰਮ੍ਰਿਤਸਰ ਨਾਲ ਹੀ ਜੁੜੇ ਹੋਏ ਹੋ, ਤੁਸੀਂ ਇਹ ਸਾਰੀਆਂ ਜਿੰਨੀਆਂ ਮੈਂ ਗੱਲਾਂ ਕੀਤੀਆਂ ਨੇ ਵਾਬਸਤਾ ਹੋ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਨੂੰ ਸਿਰਫ ਜਿਹੜਾ ਨਾ ਇਹ ਅੰਮ੍ਰਿਤਸਰ ਵਾਲਿਆਂ ਨੂੰ ਖੁਸ਼ ਕਰਨ ਲਈ 2004 ਦੇ ਵਿੱਚ ਇੱਥੇ ਹੈਰੀਟੇਜ ਫੈਸਟੀਵਲ ਕੈਪਟਨ ਸਾਹਿਬ ਨੇ ਸ਼ੁਰੂ ਕਰਵਾ ਦਿੱਤੇ। ਅਸੀਂ ਉਹਨਾਂ ਹੈਰੀਟੇਜ ਫੈਸਟੀਵਲ ਦੇ ਨਾਲ ਹੀ ਖੁਸ਼ ਹੋ ਗਏ, ਪਰ ਜਿਹੜੀਆਂ ਵੱਡੀਆਂ ਚੀਜ਼ਾਂ ਅੰਮ੍ਰਿਤਸਰ ਨੂੰ ਮਿਲਣੀਆਂ ਚਾਹੀਦੀਆਂ ਸੀ, ਜਿਹਦਾ ਅਸੀਂ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸਾਰਾ, ਕਿ ਉਹਨਾਂ ਚੋਂ ਇੱਕ ਚੀਜ਼ ਵੀ ਅੰਮ੍ਰਿਤਸਰ ਨੂੰ ਮਿਲੀ? ਜੀ ਬਿਲਕੁਲ ਬਿਲਕੁਲ ਜੀ, ਪਤਾ ਨਹੀਂ ਕਾਰਨ ਕੀ ਹੈ। ਵੈਸੇ ਤੇ ਆਪਾਂ ਸ਼ੁਰੂ ਤੋਂ ਬਚਪਨ ਤੋਂ ਹੀ ਸੁਣਦੇ ਆਏ ਆ ਦੇਵ ਜੀ ਕਿ ਪੰਜਾਬ ਨਾਲ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਵਿਤਕਰਾ ਕਰਦੀ ਆ, ਪਰ ਹੁਣ ਤੇ ਬਹੁਤ ਸਾਰੇ ਪ੍ਰੋਜੈਕਟ ਸੈਂਟਰ ਗਵਰਨਮੈਂਟ ਦੇ ਸੀਗੇ ਜਿਹੜੇ ਪੰਜਾਬ ਦੀਆਂ ਸਰਕਾਰਾਂ, ਭਾਵੇਂ ਉਹ ਅਕਾਲੀ ਸਰਕਾਰ ਹੋਵੇ ਜਾਂ ਕੈਪਟਨ ਸਾਹਿਬ ਦੀ ਸਰਕਾਰ ਹੋਵੇ, ਇਹਨਾਂ ਦੇ ਵੱਲੋਂ ਨਲਾਇਕੀ ਕਰਕੇ ਕਹਿ ਲਓ ਜਾਂ ਇਹ ਤੇ ਕਹਿੰਦੇ ਨੇ ਕਿ ਖਜ਼ਾਨੇ ਖਾਲੀ ਹੋਣ ਕਰਕੇ ਅਸੀਂ ਬਣਦਾ ਹਿੱਸਾ ਨਹੀਂ ਪਾ ਸਕਦੇ, ਇਸ ਕਰਕੇ ਜਿਹੜੇ ਪ੍ਰੋਜੈਕਟ ਨੇ ਇਹ ਨਹੀਂ ਮਿਲ ਰਹੇ। ਤੇ ਹੁਣ ਤੇ ਵੱਖਰੀ ਗੱਲ ਹੋ ਗਈ ਕਿ ਸੈਂਟਰ ਦੇ ਵਿਤਕਰੇ ਤੋਂ ਵੀ ਗਾਂ ਪੰਜਾਬ ਦੀ ਆਪਣੀ ਸਟੇਟ ਹੀ ਆਪਣੇ ਲੋਕਾਂ ਨਾਲ ਵਿਤਕਰਾ ਕਰ ਰਹੀ ਆ, ਫੰਡ ਵਾਪਸ ਚਲੇ ਜਾਂਦੇ ਨੇ ਸੈਂਟਰ ਦੇ, ਇਹਨਾਂ ਕੋਲੋਂ ਆਪਣਾ ਹਿੱਸਾ ਪਾਇਆ ਨਹੀਂ ਜਾਂਦਾ। ਕੀ ਕਾਰਨ ਹੈ? ਦੇਖੋ ਹਰਜੀਤ ਗਿੱਲ ਭਾਜੀ ਕਿ ਸਾਡਾ ਪੰਜਾਬ ਨਾਲ ਤੇ ਮੁੱਢੋਂ ਹੀ ਵਿਤਕਰਾ ਹੁੰਦਾ ਆਇਆ। ਜਿੰਨੇ ਵੀ ਹਮਲਾਵਰ ਆਏ ਉਹ ਦर्रा ਖੈਬਰ ਖਾਨੀ ਜਦੋਂ ਭਾਰਤ ਦੇ ਵਿੱਚ ਦਾਖਲ ਹੋਏ ਤੇ ਉਹ ਪੰਜਾਬ ਹੀ ਸੀਗਾ ਸਾਡਾ, ਔਰ ਪੰਜਾਬ ਦੇ ਜਦੋਂ ਉਧਰੋਂ ਦਾਖਲ ਹੋ ਕੇ ਇਹ ਸਾਰਾ ਇਲਾਕਾ ਮਾਰਾਂ ਧਾੜਾਂ ਦਾ ਕੇਂਦਰ ਰਿਹਾ।
ਅਸੀਂ ਇੱਥੇ ਕਿਸੇ ਪਾਸਿਓਂ ਵੀ ਉન્નਤੀ ਨਹੀਂ ਕਰ ਸਕਦੇ, ਵੱਡੀ ਇੰਡਸਟਰੀ ਨਹੀਂ ਲੱਗ ਸਕੀ ਇੱਥੇ। ਔਰ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ ਤੇ ਜਿਹੜੇ ਸਾਡੇ 31 ਜ਼ਿਲ੍ਹੇ ਆ ਉਹਦੇ ਚੋਂ 16 ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਆ ਤੇ 15 ਜ਼ਿਲ੍ਹੇ ਸਾਡੇ ਕੋਲ ਰਹਿ ਜਾਂਦੇ ਨੇ। ਔਰ ਜਿਹੜੇ 15 ਜ਼ਿਲ੍ਹੇ ਸਾਡੇ ਕੋਲ ਰਹਿ ਜਾਂਦੇ ਆ ਉਹਨਾਂ ਦੇ ਵੀ ਅਸੀਂ 3 ਹਿੱਸੇ ਕਰ ਦਿੰਦੇ ਹਾਂ। ਹਰਿਆਣਾ ਵੱਖ ਕਰ ਦਿੰਦੇ ਹਾਂ, ਹਿਮਾਚਲ ਵੱਖ ਕਰ ਦਿੰਦੇ ਹਾਂ, ਔਰ ਫਿਰ ਅੱਜ ਦਾ ਅਸੀਂ ਤੀਸਰਾ ਹਿੱਸਾ ਲੈ ਕੇ ਸੰਤੁਸ਼ਟ ਹੋ ਜਾਂਦੇ ਹਾਂ। ਸਾਡੀ ਆਪਣੀ ਮਾਨਸਿਕਤਾ ਜਿਹੜੀ ਹੈ ਤੁਸੀਂ ਉਹ ਦੇਖੋ ਕਿਸ ਤਰ੍ਹਾਂ ਦੀ ਹੈ ਕਿ ਅੱਜ ਚੋਂ ਅਸੀਂ ਤੀਸਰਾ ਹਿੱਸਾ ਲਿਆ। ਅੱਜ ਜੇਕਰ ਅਸੀਂ ਆਪਣੇ ਪੰਜਾਬ ਦੇ ਜਿਹੜਾ ਸਾਡਾ ਚੜ੍ਹਦੇ ਵਾਲੇ ਪਾਸੇ ਪੰਜਾਬ ਹੈ ਇਹਦੇ ਸਾਹਮਣੇ ਹਿਮਾਚਲ ਨੂੰ ਰੱਖ ਕੇ ਦੇਖੀਏ ਜਾਂ ਹਰਿਆਣੇ ਨੂੰ ਰੱਖ ਕੇ ਦੇਖੀਏ ਤੇ ਹਰਿਆਣੇ ਨੇ ਕਿੰਨੀ ਤਰੱਕੀ ਕੀਤੀ ਹੈ, ਕਦੋਂ ਸ਼ੁਰੂ ਹੋਇਆ ਔਰ ਕਿੱਥੇ ਪਹੁੰਚ ਗਿਆ। ਹਿਮਾਚਲ ਨੇ ਇੰਡਸਟਰੀਅਲ ਤੌਰ ਤੇ ਵੀ ਔਰ ਟੂਰਿਜ਼ਮ ਦੇ ਤੌਰ ਤੇ ਵੀ ਕਿੰਨੀ ਤਰੱਕੀ ਕੀਤੀ ਹੈ। ਲੇਕਿਨ ਪੰਜਾਬ ਜਿਹੜਾ ਹੁਣ ਜੇ ਕੁਛ ਅਸੀਂ ਇਸ ਗੱਲ ਮਹਿਸੂਸ ਕਰਦੇ ਸੀਗੇ ਕਿ ਟੂਰਿਜ਼ਮ ਵਾਸਤੇ ਅਸੀਂ ਇਹਨੂੰ ਡਿਵੈਲਪ ਕਰਨ ਦੇ ਵਿੱਚ ਕਿਤੇ ਕਾਮਯਾਬ ਹੋਏ ਹਾਂ ਤੇ ਦੂਸਰੇ ਪਾਸੇ ਸਾਡਾ ਯੁਵਾ ਵਰਗ ਜਿਹੜਾ ਹੈਗਾ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਹਿਜਰਤ ਕਰ ਰਿਹਾ ਹੈ ਜਿਹੜਾ ਸਾਡੇ ਵਾਸਤੇ ਬਹੁਤ ਹੀ ਇੱਕ ਸੋਚਣ ਵਾਲੀ ਗੱਲ ਹੈ ਕਿ ਸਿਰਫ ਸਾਲ 2019 ਦੇ ਵਿੱਚ 1,50,000 ਬੱਚਾ ਜਿਹੜਾ ਸਾਡਾ ਯੁਵਾ ਹੈਗਾ ਉਹ ਬਾਹਰ ਗਿਆ ਔਰ 27,000 ਕਰੋੜ ਰੁਪਈਆ ਜਿਹੜਾ ਉਹ ਫੋਰਨ ਦੇ ਵਿੱਚ ਚਲਾ ਗਿਆ ਜਿਹੜਾ ਇਹਨਾਂ ਬੱਚਿਆਂ ਦੀਆਂ ਫੀਸਾਂ ਦੇ ਤੌਰ ਤੇ। ਔਰ ਇਹ ਗਿਣਤੀ ਜਿਹੜੀ ਹੈ ਇਹ 1,50,000 ਤੋਂ ਜ਼ਿਆਦਾ ਹੋਏਗੀ, ਘੱਟ ਨਹੀਂ ਹੋਏਗੀ। ਇੱਕ ਸਾਲ ਦੀ 2 ਲੱਖ ਦੇ ਕਰੀਬ ਹੋਏਗੀ ਕਿਉਂਕਿ ਇਹ ਸਿਰਫ 3 ਕੰਟਰੀਜ਼ ਦਾ ਡਾਟਾ ਹੈਗਾ ਕਿ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਕੈਨੇਡਾ ਦੇ ਵਿੱਚ ਸਾਡੇ ਬੱਚੇ ਗਏ ਨੇ। ਮੈਂ ਇਹ ਗੱਲ ਕਹਿਣਾ ਕਿ ਇੱਕ ਉर्दू शायरी से ਅਸੀਂ कहने होते हैं कि ये एक इशारा है आफत आने का, ये एक इशारा है आफत आने का, किसी जगह से परिंदों का दूर हो जाना। ਸਾਡੇ युवा ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਜਿਨ੍ਹਾਂ ਨੇ ਸੰਭਾਲਣਾ ਸੀਗਾ, ਜਿਨ੍ਹਾਂ ਨੇ ਇਹਨਾਂ ਦੇ ਪਿੰਡ ਦੇ ਵਿੱਚ ਵਿਚਰਨਾ ਸੀਗਾ ਔਰ ਪੜ੍ਹਿਆ ਲਿਖਿਆ ਵਰਗ ਸੀਗਾ, ਸੁਚੇਤ ਵਰਗ ਸੀਗਾ, ਉਹ ਸਾਡੇ ਤੋਂ ਦੂਰ ਚਲਾ ਗਿਆ। ਔਰ ਜਿਹੜੇ ਇੱਥੇ ਨੇ ਉਹ ਜਾਂ ਤੇ ਬਿਲਕੁਲ ਕੰਮ ਕਰਕੇ ਖੁਸ਼ ਨਹੀਂ, ਸਾਨੂੰ ਅਸੀਂ ਆਪਣੇ ਖੇਤਾਂ ਦੇ ਵਿੱਚ ਚੱਕਰ ਮਾਰਨ ਨਹੀਂ ਜਾ ਸਕਦੇ, ਉਹ ਵੀ ਅਸੀਂ ਕਾਮੇ ਰੱਖੇ ਹੋਏ ਆ। ਔਰ ਇਸ ਵਾਰ ਫਸਲ ਦਾ ਜਿਹੜਾ ਚੱਕਰ ਪਿਆ ਹੈਗਾ ਸਾਨੂੰ ਵਾਢੀ ਦੇ ਵੇਲੇ ਇੰਨੀ ਮੁਸ਼ਕਲ ਆਈ ਹੈ ਕਿ ਬਹੁਤ ਸਾਰੇ ਸਾਡੇ ਮਜ਼ਦੂਰ ਜਿਹੜੇ ਆ ਉਹ ਪੈਦਲ ਜਾਂ ਟ੍ਰੇਨਾਂ ਦੇ ਵਿੱਚ ਚੜ੍ਹ ਕੇ ਪਹਿਲਾਂ ਜਾ ਚੁੱਕੇ ਸੀਗੇ, ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ। ਮੈਂ ਸਮਝਦਾ ਹਾਂ ਕਿ ਜਦੋਂ ਸਾਡੇ ਕੋਲ ਯੁਵਾ ਹੀ ਨਹੀਂ ਹੋਏਗਾ ਤੇ ਜਿਹੜੀ ਸਾਡੀ ਤਰੱਕੀ ਆ ਉਹ ਕਿਸ ਕੰਮ ਆਏਗੀ, ਉਹ ਕਿੰਨਾ ਲੋਕਾਂ ਵਾਸਤੇ ਉਹ ਤਰੱਕੀ ਹੋਏਗੀ। ਜੀ ਦੇਵ ਜੀ, ਮੈਨੂੰ ਲੱਗਦਾ ਹੈ ਕਿ ਆਪਾਂ ਹੁਣ ਜ਼ਿਆਦਾ ਟਾਈਮ ਵੇਸਟ ਨਹੀਂ ਕਰ ਸਕਦੇ, ਸਮਾਂ ਸਾਡੀਆਂ ਦੂਜੀਆਂ ਸੈਗਮੈਂਟ ਸ਼ੁਰੂ ਹੋਣ ਦਾ ਹੈ। ਔਜਲਾ ਸਾਹਿਬ ਨਾਲ ਗੱਲਬਾਤ ਸਾਡੀ ਅੱਜ ਨਹੀਂ ਹੋ ਸਕੀ, ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਔਜਲਾ ਸਾਹਿਬ ਬੜੇ ਭਾਵਕ ਵਿਅਕਤੀ ਨੇ, ਉਹਨਾਂ ਦੀਆਂ ਮੈਂ ਵੀਡੀਓ ਦੇਖੀਆਂ ਨੇ, ਅੰਮ੍ਰਿਤਸਰ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਚਿੰਤਾਤੁਰ ਨੇ ਕਿ ਕਿਉਂ ਇੱਦਾਂ ਹੋ ਰਿਹਾ। ਉਹਨਾਂ ਨੇ ਕੈਪਟਨ ਸਾਹਿਬ ਕੋ ਵੀ ਮਸਲਾ ਉਠਾਇਆ ਔਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਸ਼ਵੇਦ ਮਲਿਕ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਤੱਕ ਵੀ ਉਹਨਾਂ ਪਹੁੰਚ ਕੀਤੀ ਹੈ ਕਿ ਇਹ ਜਿਹੜਾ ਰੂਟ ਹੈ ਇਹਨੂੰ ਪ੍ਰੋਪਰ ਜਿਸ ਤਰ੍ਹਾਂ ਪਹਿਲਾਂ ਲਿਖਿਆ ਗਿਆ ਸੀ ਉੱਦਾਂ ਹੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪਹਿਲਾਂ ਸਾਡੇ ਕੋਲ ਏਅਰਪੋਰਟ ਦਾ ਮਸਲਾ ਰਿਹਾ ਵਾ, ਆਪਣੇ ਨਵਜੋਤ ਸਿੱਧੂ ਹੋਰੀ ਬੜਾ ਕੋਸ਼ਿਸ਼ ਕਰਦੇ ਰਹੇ ਪਰ ਕਿਤੇ ਨਾ ਕਿਤੇ ਕੋਈ ਗੱਲ ਹੈ ਜਿਹਦਾ ਕਰਕੇ ਸਾਰਾ ਕੁਝ ਵਿੱਚ ਵਿਚਾਲੇ ਰਹਿ ਜਾਂਦਾ ਜੀ। ਨਹੀਂ, ਔਜਲਾ ਸਾਹਿਬ ਨੇ ਏਅਰਪੋਰਟ ਤੇ ਵੀ ਬਹੁਤ ਕੰਮ ਕੀਤਾ, ਬਹੁਤ ਸਾਰੀਆਂ ਫਲਾਈਟਸ ਲਿਆਉਣ ਦੇ ਵਿੱਚ ਉਹ ਕਾਮਯਾਬ ਹੋਏ ਨੇ ਔਰ ਰਾਦਰ ਉਹਨਾਂ ਨੇ ਹਸਪੀਟਲ ਦੀ ਕੰਡੀਸ਼ਨ ਠੀਕ ਕਰਨ ਵਾਸਤੇ ਬਹੁਤ ਕੰਮ ਕੀਤਾ। ਮੈਂ ਤਾਂ ਪਹਿਲਾਂ ਕਿਹਾ ਕਿ ਉਹ ਸਾਡੇ ਯੁਵਾ ਨੇਤਾ ਨੇ ਔਰ ਅੰਮ੍ਰਿਤਸਰ ਨੂੰ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿ ਉਹ ਬਹੁਤ ਅੱਛਾ ਅੰਮ੍ਰਿਤਸਰ ਵਾਸਤੇ ਕੁਝ ਕਰਨ ਯੋਗ ਨੇ। ਦੇਵ ਜੀ, ਆਪਾਂ ਕੱਲ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਦੁਬਾਰਾ ਆਪਾਂ ਤਾਲਮੇਲ ਕਰਕੇ ਗੱਲ ਕਰ ਸਕੀਏ। ਪਤਾ ਨਹੀਂ ਕੀ ਵਜ੍ਹਾ ਹੋਗੀ ਕਿ ਫੋਨ ਉਹਨਾਂ ਦਾ ਜਿਹੜਾ ਉਹ ਕਿਸੇ ਕਾਰਨ ਲੱਗਿਆ ਨਹੀਂ। ਮੈਨੂੰ ਕਾਲ ਇੱਕ ਆ ਰਹੀ ਹੈ, ਮੈਂ ਦੇਖ ਲਵਾਂ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਮੈਂ ਸਮੀਤ ਸਿੰਘ ਬੋਲ ਰਿਹਾ। ਹਾਂਜੀ ਅਮਰੀਕਾ ਤੋਂ ਜੀ। ਸਮੀਤ ਸਿੰਘ ਬੋਲ ਰਿਹਾ ਜੀ, ਗਮਟਾਲਾ ਅਮਰੀਕਾ ਤੋਂ ਗੱਲ ਕਰ ਰਹੇ ਨੇ ਮੇਰੇ ਨਾਲ। ਔਜਲਾ ਸਾਹਿਬ ਕਿਸੇ ਕਾਰਨ ਆ ਨਹੀਂ ਸਕੇ ਸਮੀਤ ਭਾਜੀ, ਤੇ ਤੁਸੀਂ ਕੀ ਕਹਿਣਾ ਚਾਹ ਰਹੇ ਸੀ ਇਸ ਇਸ਼ੂ ਦੇ ਉੱਤੇ ਗੱਲਬਾਤ? ਹਾਂਜੀ, ਮੈਂ ਜੀ ਤੁਸੀਂ ਦੇਖਿਆ ਹੋਏਗਾ ਕਿ ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਦਾ ਚੁੱਕਿਆ ਤੇ ਉਸ ਤੋਂ ਬਾਅਦ ਸਾਰੇ ਜਿਹੜੇ MP ਸਾਹਿਬ ਨੇ, ਭਾਵੇਂ ਉਹ ਕਾਂਗਰਸ ਦੇ ਨੇ ਅੰਮ੍ਰਿਤਸਰ ਤੋਂ, ਬਹੁਤ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਬੜਾ ਵੱਡਾ ਸਾਰਿਆਂ ਨੇ ਦੇਖਿਆ ਕਿਵੇਂ ਉਹ ਇਮੋਸ਼ਨਲ ਵੀ ਹੋਏ ਜੀ। ਤੇ ਇਮੋਸ਼ਨਲ ਹੋਣ ਵਾਲੀ ਗੱਲ ਵੀ ਹੈ ਜੀ ਕਿ ਸਿਰਫ ਉਹਨਾਂ ਦਾ ਨਹੀਂ, ਸਾਰੇ ਸੰਸਾਰ ਦੇ ਜਗਤ ਵਿੱਚ ਅਸੀਂ ਅਸੀਸਾਂ ਸਾਰੀਆਂ ਬਲੈਸਿੰਗ ਲੈਣ ਅਸੀਂ ਗੁਰੂ ਕੀ ਨਗਰੀ ਜਾਂਦੇ ਹਾਂ
ਤੇ ਮੈਂ ਇਹ ਕਹਾਂਗਾ ਦੁਨੀਆ ਭਰ ਤੋਂ ਹਰ ਇੱਕ ਖਾਹਿਸ਼ ਹੁੰਦੀ ਹੈ ਕਿ ਅੰਮ੍ਰਿਤਸਰ ਜਾਈਏ, ਦਰਸ਼ਨ ਇਸ਼ਨਾਨ ਕਰੀਏ। ਤੇ ਵੱਡੇ ਵੱਡੇ ਲੀਡਰ, ਤੁਹਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਕੋਈ ਵੀ ਵੱਡੇ ਵੱਡੇ ਲੀਡਰ ਨੇ, ਸਾਰੇ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਜਾਂਦੇ ਨੇ, ਤੇ ਪੰਜਾਬ ਦੇ ਵੀ, ਕੇਂਦਰ ਦੇ ਵੀ ਸਾਰੇ। ਪਰ ਜਦੋਂ ਕੋਈ ਦੇਣ ਦੀ ਗੱਲ ਆਉਂਦੀ ਆ ਤੇ ਲੈਣ ਸਾਰੇ ਗੁਰੂ ਕੋ ਆਉਂਦੇ ਨੇ, ਗੁਰੂ ਕੀ ਨਗਰੀ ਤੋਂ ਆਉਂਦੇ ਨੇ। ਪਰ ਜਦੋਂ ਕੋਈ ਦੇਣ ਦੀ ਗੱਲ ਆਉਂਦੀ ਆ ਤੇ ਜਿੱਦਾਂ ਤੁਸੀਂ ਦੱਸਿਆ, ਇਹਨਾਂ ਨੇ ਹੁਣੇ ਸਾਰਾ ਦੱਸ ਕੇ ਗਏ, ਏਮਸ ਸੀਗਾ ਜਿਹੜਾ ਕਿ ਪ੍ਰੋਜੈਕਟ ਮਿਲਿਆ। ਅਸੀਂ ਇਹ ਨਹੀਂ ਕਹਿੰਦੇ ਅਸੀਂ ਚਲੋ ਅੰਮ੍ਰਿਤਸਰੋਂ ਮੈਂ ਉੱਥੇ ਵੱਡਾ ਹੋਇਆ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਚਲੋ ਬਾਕੀ ਪੰਜਾਬ ਦੀ ਖੁਸ਼ਹਾਲੀ ਨਾ ਹੋਵੇ। ਸਰਬੱਤ ਦਾ ਭਲਾ, ਮੰਗਲ ਵਾਲੀ ਕੌਮ ਹੈ, ਸਾਰਿਆਂ ਦੇ ਸਰਬੱਤ ਦਾ ਭਲਾ ਦੀ ਅਰਦਾਸ ਕਰਦੇ ਹਾਂ। ਪਰ ਜਿਹੜੇ ਪ੍ਰੋਜੈਕਟ ਜਿੱਦਾਂ ਇਹ ਵੀ ਦਿੱਲੀ ਅੰਮ੍ਰਿਤਸਰ ਹਾਈਵੇ ਸੀਗਾ, ਐਕਸਪ੍ਰੈਸਵੇ, ਇਹਦੇ ਵਿੱਚ ਮੈਂ ਇਹ ਵੀ ਕਹਾਂਗਾ ਕਿ ਦੇਖੋ ਜਿਹੜੇ ਪੰਜਾਬ ਦੇ BJP MP ਨੇ ਸ਼ਵੇਤ ਮਲਿਕ, ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਉਹਨਾਂ ਨੇ ਅੰਮ੍ਰਿਤਸਰ ਕਟੜਾ ਇਹ 2017 ਵਿੱਚ ਉਹਨਾਂ ਨੇ ਸਾਰਾ ਕਰਕੇ ਤੇ ਦਿੱਲੀ ਅੰਮ੍ਰਿਤਸਰ ਕਟੜਾ ਦੋ ਜਿਹੜੀਆਂ ਵੱਡੀਆਂ ਪਲੇਸਿਸ ਸੀ ਉਹਨਾਂ ਨੇ ਜੋੜਨਾ ਸੀ। ਤੇ ਉਹ ਪ੍ਰੋਜੈਕਟ ਜਿਹੜਾ ਸਾਨੂੰ ਅੰਮ੍ਰਿਤਸਰ ਦੇ ਨਾਂ ਤੇ ਮਿਲਿਆ 2016 ਵਿੱਚ, ਉਹਨੂੰ ਹੁਣ ਚੁੱਪ ਪਤਾ ਨਹੀਂ ਕਿਸ ਤਰ੍ਹਾਂ ਜਿਹੜੀ ਹੁਣ ਉਹਦੀ ਵੱਡੀ ਜਿਹੜੀ ਨਵੀਂ ਅਲਾਈਨਮੈਂਟ ਆਈ ਆ, ਜੋ ਦੇਖਿਆ ਮੀਡੀਆ ਵਿੱਚ, ਉਹਨੂੰ ਵਿੱਚੋਂ ਸਾਈਡ ਤੋਂ ਕੱਢ ਕੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਸਪਰ ਰੋਡ ਮਿਲ ਜਾਏਗੀ, ਕਨੈਕਸ਼ਨ ਮਿਲ ਜਾਏਗਾ। ਸੋ ਇਹ ਸਾਰਾ ਜਿਹੜਾ ਇਹ ਕੰਮ ਹੋਇਆ ਹੈ ਬਹੁਤ ਮੰਦਭਾਗੀ ਗੱਲ ਹੈ। ਪਰ ਹੁਣ ਅਗਲਾ ਸਟੈਪ ਕੀ ਹੋਏਗਾ, ਕਿਹਨੇ ਕੀਤਾ, ਕੀ ਕੀਤਾ, ਉਹ ਇਹ ਹੁਣ ਸਮਾਂ ਨਹੀਂ ਹੈਗਾ। ਸਾਡੀ ਇਹੋ ਬੇਨਤੀ ਹੈ ਕਿ ਜਿਹੜੇ ਤੁਹਾਡੇ ਕੈਨੇਡਾ ਵੀ ਸੁਣਨ ਵਾਲੇ ਨੇ, ਮੈਨੂੰ ਪਤਾ ਹੈ ਇੱਥੇ ਕੋਈ ਕਿਸੇ ਪਾਰਟੀ ਦਾ ਸਪੋਰਟਰ ਹੈ, ਕੋਈ ਕਿਸੇ ਪਾਰਟੀ ਦਾ ਸਪੋਰਟਰ ਹੈ। ਮੈਂ ਇਹੋ ਮੰਗ ਕਰਾਂਗਾ ਕਿ ਅਸੀਂ ਸਾਰੇ ਆਪਣੇ ਜਿਹੜੇ ਤੁਹਾਡੇ ਕੋਈ ਵੀ ਲੀਡਰ ਨੇ, ਭਾਵੇਂ ਉਹ ਮਾਝਾ ਹੋ ਜਾਏ, ਮਾਲਵਾ ਹੋ ਜਾਏ, ਜਿਹੜੇ ਪਾਸੇ ਵੀ ਹੁਣ ਲੰਘ ਰਹੀ ਹੈ, ਇਹ ਨਹੀਂ ਕਿ ਅਸੀਂ ਚਾਹੁੰਦੇ ਉਹ ਇਲਾਕੇ ਡਿਵੈਲਪ ਨਾ ਹੋਣ। ਉਹਨਾਂ ਨੂੰ ਬੇਨਤੀ ਕਰਨ ਕਿ ਇਹ ਜਿਹੜੀ ਪੁਰਾਣੀ ਅਲਾਈਨਮੈਂਟ ਸੀਗੀ, ਜਿਹੜੀ ਪਹਿਲਾਂ ਜਿਹੜੀ ਕੀਤੀ ਗਈ, ਉਹ ਪਿੰਕ ਲਾਈਨ ਹੈਗੀ ਨਕਸ਼ੇ ਵਿੱਚ, ਉਹਨੂੰ ਆਪਣੇ ਲੀਡਰਾਂ ਨੂੰ ਕਹਿਣ ਕਿ ਇਹ ਗੱਲ ਮਾੜੀ ਹੈ ਤੇ ਇਸ ਤਰ੍ਹਾਂ ਅੰਮ੍ਰਿਤਸਰ ਨੂੰ ਵਿੱਚੋਂ ਕੱਢਣਾ ਠੀਕ ਨਹੀਂ ਹੈਗਾ। ਤੇ ਇਹੋ ਅਸੀਂ ਕਹਿ ਸਕਦੇ ਹਾਂ ਹੁਣ। ਤੇ ਹੁਣ ਸਾਨੂੰ ਉਮੀਦ ਹੈ ਕਿ ਸਾਨੂੰ ਇਹ ਵੀ ਚੰਗੀ ਗੱਲ ਹੈ ਕਿ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਮਾਨਯੋਗ ਨੇ, ਉਹ ਬੜਾ ਅੰਮ੍ਰਿਤਸਰ ਦਾ ਉਹਨਾਂ ਨੇ ਕਿਹਾ ਸੀ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਅੰਮ੍ਰਿਤਸਰ ਲਈ ਅਸੀਂ ਸਾਰੇ ਕੰਮ ਕਰੀਏ। ਤੇ ਨਾਲ ਨਿਤਿਨ ਗਡਕਰੀ ਸਾਹਿਬ ਤੱਕ ਵੀ ਅਸੀਂ ਸਾਰੇ ਜਾਣੇ ਅਸੀਂ ਬੇਨਤੀ ਕਰਾਂਗੇ, ਜਿਹੜੇ ਸਾਰੇ ਸੁਣਨ ਵਾਲਿਆਂ ਨੂੰ ਵੀ, ਉਹ ਵੀ ਟਵੀਟ ਕਰਨ ਤੇ ਇਹ ਗੱਲ ਕਰਕੇ ਗੱਲ ਪਹੁੰਚਾਉਣ ਕਿ ਇਹ ਪ੍ਰੋਜੈਕਟ ਵਿੱਚੋਂ ਅੰਮ੍ਰਿਤਸਰ ਦਾ ਕੱਢਣਾ ਬੜਾ ਇਹ ਠੀਕ ਨਹੀਂ। ਤੇ ਇਹੋ ਅਸੀਂ ਹੁਣ ਬੇਨਤੀ ਕਰ ਸਕਦੇ ਹਾਂ। ਸਮੀਪ ਜੀ, ਪਰ ਜਦੋਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਨਾ ਜੀ, ਉਹਨੂੰ ਧਾਰਮਿਕ ਸੈਂਟਰ ਹੋਣ ਕਰਕੇ, ਤੇ ਕੁਝ ਲੋਕਾਂ ਦਾ ਇਤਰਾਜ਼ ਆ ਕਿ ਸਰਕਾਰਾਂ ਨੇ ਇਕੋਨਮੀ ਵੇਖਣੀ ਹੁੰਦੀ ਆ, ਨਾ ਕਿ ਧਰਮਾਂ ਨੂੰ। ਜੇਕਰ ਆਪਾਂ ਇਕੋਨਮੀ ਦੀ ਵੀ ਗੱਲ ਕਰੀਏ ਤੇ 1.5 ਲੱਖ ਦੇ ਕਰੀਬ ਹਰ ਰੋਜ਼ ਲੋਕ ਜਿਹੜੇ ਆ ਉਹ ਅੰਮ੍ਰਿਤਸਰ ਆਉਂਦੇ ਨੇ, ਭਾਵੇਂ ਉੱਥੋਂ ਕਟੜਾ ਜਾਂਦੇ ਨੇ, ਵਾਹਗਾ ਬਾਰਡਰ ਜਾਂਦੇ ਨੇ, ਬੜਾ ਵੱਡਾ ਟੂਰਿਜ਼ਮ ਸੈਂਟਰ ਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਏਅਰਪੋਰਟ ਨਾਲ ਵੀ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਰਿਹਾ ਜੀ। ਹਾਂਜੀ, ਜਿਹੜੀ ਤੁਸੀਂ ਇਕੋਨਮੀ ਦੀ ਗੱਲ ਕੀਤੀ ਹੈ ਜੀ, ਦੇਖੋ ਤੁਸੀਂ ਆਲਰੇਡੀ ਕਿਹਾ ਕਿ ਜਦੋਂ ਅਨਾਊਂਸ ਹੋਇਆ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ, ਸੋ ਇਕੋਨਮੀ ਵਿੱਚ ਜਦੋਂ ਤੁਹਾਡੀ ਸ਼ਹਿਰ ਦੀ ਇਕੋਨਮੀ ਕੋਈ ਵੀ ਹੁੰਦੀ ਸਟੇਟ ਦੀ, ਉਹਦੇ ਵਿੱਚ ਸਭ ਤੋਂ ਵੱਡਾ ਹੱਕ ਜਿਹੜਾ ਹੁੰਦਾ ਏਅਰਪੋਰਟ ਦਾ ਹੁੰਦਾ। ਹੁਣ ਜਦੋਂ ਇੱਥੇ ਏਅਰਪੋਰਟ ਬਣਿਆ ਹੋਇਆ, ਜਦੋਂ ਸਾਰਾ ਉੱਥੇ ਇਕੋਨਮਿਕ ਰੀਜਨ ਨੂੰ, ਉਸ ਰੀਜਨ ਨੂੰ ਡਿਵੈਲਪ ਕਰਨਾ ਹੈ। ਹੁਣ ਲੁਧਿਆਣਾ ਹੋ ਗਿਆ, ਉੱਥੇ ਆਲਰੇਡੀ ਇੰਡਸਟਰੀ ਹੈਗੀ ਆ। ਹੋਰ ਜਿਹੜਾ ਇਹ ਜ਼ੋਨ ਹੈ, ਬਾਰਡਰ ਜ਼ੋਨ ਹੋਣ ਕਰਕੇ ਇਹਦੀ ਇਕੋਨਮੀ ਇੰਨੀ ਡਿਵੈਲਪ ਨਹੀਂ ਹੋ ਸਕੀ। ਸੋ ਇਹਦੇ ਵਾਸਤੇ ਇਕਨੋਮਿਕਲੀ ਜ਼ੋਨ ਲਈ ਬਹੁਤ ਜ਼ਰੂਰੀ ਹੈਗਾ। ਇਹ ਨਹੀਂ ਅਸੀਂ ਧਾਰਮਿਕ ਪੱਖੋਂ ਕਹਿ ਰਹੇ ਹਾਂ, ਮੈਂ ਤੇ ਉਹ ਵੈਸੇ ਅਸੀਂ ਐਗਜ਼ਾਮਪਲ ਦੇ ਰਹੇ ਹਾਂ ਕਿ ਇਹ ਸ਼ਹਿਰ ਦਾ ਹੈਗਾ। ਪਰ ਜਿਹੜਾ ਅੰਮ੍ਰਿਤਸਰ ਦਾ ਤੁਸੀਂ ਆਲਰੇਡੀ ਦੱਸਿਆ, ਜਿਹੜੇ ਵੱਡੇ ਪ੍ਰੋਜੈਕਟ ਆਏ, ਏਮਸ ਦਾ ਕਿਸ ਤਰ੍ਹਾਂ ਵੀ ਉਹ ਵਿੱਚੋਂ ਖੜਿਆ ਗਿਆ, ਤੇ ਇਹਦਾ ਐਕਸਪ੍ਰੈਸਵੇ ਹੁੰਦਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਇਕੱਲਾ ਅੰਮ੍ਰਿਤਸਰ ਰੀਜਨ ਨੂੰ ਨਹੀਂ ਹੋਣਾ। ਜਲੰਧਰ ਤੋਂ ਬਾਅਦ ਜਿਹੜਾ ਹੋਰ ਸਾਰਾ ਰੀਜਨ ਆ, ਉਹ ਸਾਰਾ ਡਿਵੈਲਪ ਹੋਏਗਾ, ਕਿਉਂਕਿ ਜਦੋਂ ਐਗਜ਼ਿਟ ਨਿਕਲਦੀਆਂ ਨੇ ਉੱਧਰ ਸਾਰਾ ਉਹ ਜਿਹੜਾ ਜ਼ੋਨ ਬਣਦਾ ਇੰਡਸਟਰੀ, ਉਹਦੇ ਲਈ ਬਹੁਤ ਫਾਇਦਾ ਹੁੰਦਾ ਹੈ। ਤੇ ਇਹ ਇਕੱਲਾ ਇਕਨੋਮਿਕ ਜ਼ੋਨ ਇਕੱਲਾ ਅੰਮ੍ਰਿਤਸਰ ਲਈ ਨਹੀਂ ਹੋਣਾ ਸਪੈਸ਼ਲ, ਪਰ ਇਹ ਗੱਲ ਕਹਿਣੀ ਕਿ ਪੂਰੀ ਸਟੇਟ ਦੀ ਇਕੋਨਮੀ, ਅੰਮ੍ਰਿਤਸਰ ਦੀ ਇਕੋਨਮੀ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ। ਤੇ ਜੇ ਟੂਰਿਜ਼ਮ ਤੋਂ ਇਲਾਵਾ ਇਸ ਵਕਤ ਟੂਰਿਜ਼ਮ ਨੇ ਪੰਜਾਬ 'ਚ ਸਿਰਫ ਅੰਮ੍ਰਿਤਸਰ ਕਰਕੇ ਟੂਰਿਜ਼ਮ ਬਚਿਆ, ਸਾਰਾ ਪੰਜਾਬ ਦਾ ਹੈਗਾ। ਤੇ ਉਸ ਹਿਸਾਬ ਨਾਲ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਵੀ ਹੈ, ਹੋਰ ਜਿਹੜੇ ਟੈਕਨੋਲੋਜੀ ਪਾਰਕ ਨੇ, ਉਹਦੇ ਵਿੱਚ ਇਹਦਾ ਐਕਸਪ੍ਰੈਸਵੇ ਦਾ ਹੋਣਾ ਬਹੁਤ ਵੱਡੀ ਇੱਕ ਮਹੱਤਵਪੂਰਨ ਚੀਜ਼ ਹੈਗੀ ਹੈ ਜੀ। ਸਮੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਔਰ ਦੇਵਦਰ ਤੁਹਾਡਾ ਵੀ ਅੰਮ੍ਰਿਤਸਰ ਤੋਂ ਬਹੁਤ ਧੰਨਵਾਦ। ਅਸੀਂ